ਕੰਟੀਨਿਊ ਕਰਦੇ ਹਾਂ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕੁਝ ਸਟੇਟਮੈਂਟਸ ਦਿੱਤੀਆਂ ਆ ਜੀ, ਅਸੀਂ ਦੇਖਣਾ ਕਿ ਇਹਨਾਂ ਵਿੱਚੋਂ ਕਿਹੜੀਆਂ ਸਹੀ ਆ। ਆਹ ਤੁਸੀਂ ਜ਼ਰੂਰ ਨੋਟ ਕਰਨਾ, ਕਰੈਕਟ ਪੁੱਛਿਆ ਆ ਜਾਂ ਇਨਕਰੈਕਟ ਪੁੱਛਿਆ ਆ। ਕਦੀ ਕਦੀ ਇਨਕਰੈਕਟ ਪੁੱਛ ਲੈਂਦੇ ਆ। ਕਿਤਾਬ ਏ ਨੌਰਸ ਇਹ ਕਲੈਕਸ਼ਨ ਆਫ ਸੌਂਗਸ ਇਨ ਪ੍ਰੇਜ਼ ਆਫ ਹਿੰਦੂ ਡਿਟੀਜ਼। ਕਿਤਾਬ ਏ ਨੌਰਸ ਇਹਦੇ ਵਿੱਚ ਹਿੰਦੂ ਭਗਵਾਨਾਂ ਦੀ ਸਿਫਤ ਕੀਤੀ ਗਈ ਆ। ਇਸ ਤਰ੍ਹਾਂ ਦੇ ਗੀਤ ਹਿੰਦੂ ਭਗਵਾਨਾਂ ਦੀ ਸਿਫਤ ਕੀਤੀ ਗਈ ਆ। ਮੁਸਲਿਮ ਸੰਤਾਂ ਦੀ ਸਿਫਤ ਵੀ ਕੀਤੀ ਗਈ ਹੈ ਜੀ। ਹਿੰਦੂ ਡਿਟੀਜ਼ ਐਂਡ ਮੁਸਲਿਮ ਸੇਂਟਸ ਵਾਜ਼ ਰਿਟਨ ਬਾਏ ਇਬਰਾਹਿਮ ਆਦਿਲ ਸ਼ਾਹ ਦੋ। ਇਹ ਸਹੀ ਹੈ ਜੀ। ਅਸੀਂ ਪੜ੍ਹਿਆ ਸੀ ਕਿ ਇਬਰਾਹਿਮ ਆਦਿਲ ਸ਼ਾਹ ਦੋ ਸੀ ਜਿਹੜਾ, ਉਹ ਕਾਫੀ ਸੈਕੂਲਰ ਸੀ ਅਤੇ ਮਾਤਾ ਸਰਸਵਤੀ ਦਾ ਵੀ ਉਪਾਸਕ ਸੀਗਾ ਅਤੇ ਸੈਕੂਲਰ ਸੀਗਾ ਅਤੇ ਹਿੰਦੂ ਦੇਵਤੇ ਅਤੇ ਮੁਸਲਿਮ ਸੰਤਾਂ ਦੀ ਉਹ ਕੀ ਕਰਦਾ, ਰਿਸਪੈਕਟ ਕਰਦਾ ਸੀ, ਅਰਾਧਨਾ ਕਰਦਾ ਸੀ। ਇਹ ਸਹੀ ਹੈ ਜੀ। ਅਮੀਰ ਖੁਸਰੋ was the originator in India of the early form of musical style known as qawwali। ਭਾਰਤ ਵਿੱਚ ਕਵਾਲੀ ਦਾ ਜਨਮ ਦਾਤਾ ਅਮੀਰ ਖੁਸਰੋ ਸੀ। ਇਹ ਵੀ ਗੱਲ ਸਹੀ ਹੈ ਜੀ। ਉਰਦੂ ਵਿੱਚ ਪਹਿਲੀ ਵਾਰ ਪੋਇਟਰੀ ਵੀ ਅਮੀਰ ਖੁਸਰੋ ਨੇ ਲਿਖੀ। ਭਾਰਤ ਵਿੱਚ ਕਵਾਲੀ ਦਾ ਜਨਮਦਾਤਾ ਵੀ ਅਮੀਰ ਖੁਸਰੋ ਹੀ ਸੀ। ਦੋਨੋਂ ਸਟੇਟਮੈਂਟਾਂ ਸਹੀ ਹੋ ਜਾਂਦੀਆਂ। ਇਬਰਾਹਿਮ ਆਦਿਲ ਸ਼ਾਹ ਤੋਂ was ruler of Bijapur and wrote ਕਿਤਾਬ ਏ ਨੌਰਸ। ਸਹੀ ਹੈ ਜੀ। ਅਮੀਰ ਖੁਸਰੋ is popularly known as father of Qawwali in India। ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। How did ਸੁਲਤਾਨ ਕੁਤੁਬਦੀਨ ਐਬਕ die? ਦਿੱਲੀ ਦਾ ਪਹਿਲਾ ਸੁਲਤਾਨ ਕੁਤੁਬਦੀਨ ਐਬਕ, ਉਹਦੀ ਡੈਥ ਕਿਸ ਤਰ੍ਹਾਂ ਹੋਈ ਸੀ? ਹੁਣ ਤੁਸੀਂ ਕਹੋਗੇ ਕਿ ਜਿੰਨੇ ਸੁਲਤਾਨ ਹੋਏ ਆ, ਜਿੰਨੇ ਰਾਜੇ ਮਹਾਰਾਜੇ ਹੋਏ ਆ, ਉਹਨਾਂ ਸਾਰਿਆਂ ਦੀ ਕੀ ਡੈਥ ਅਸੀਂ ਯਾਦ ਰੱਖੀਏ ਕਿਸ ਤਰ੍ਹਾਂ ਹੋਈ ਸੀ? ਨਹੀਂ, ਕੁਛ ਰਾਜੇ ਮਹਾਰਾਜਿਆਂ ਦੀ ਡੈਥ ਕੁਛ ਜਿਹੜੇ ਅਨਐਕਸਪੈਕਟਡ ਰੀਜ਼ਨਸ ਕਰਕੇ ਹੋਈ ਸੀ, ਤੁਸੀਂ ਉਹ ਯਾਦ ਰੱਖਿਓ। ਜਿਸ ਤਰ੍ਹਾਂ ਹੁਮਾਯੂੰ ਦੀ ਡੈਥ ਕਿਸ ਤਰ੍ਹਾਂ ਹੋਈ ਸੀ? ਪੌੜੀਆਂ ਤੋਂ ਡਿੱਗ ਕੇ, ਉੱਥੇ ਉਸ ਤਰ੍ਹਾਂ ਡੈਥ ਹੋਈ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਕਿਸ ਤਰ੍ਹਾਂ ਹੋਈ ਸੀ? ਉਹ ਬਿਮਾਰ ਸੀ, ਹੈ ਨਾ, ਉਹਨਾਂ ਨੂੰ ਉਹ ਸੀਗੇ ਅਧਰੰਗ ਸੀਗਾ। ਅਤੇ ਇਸੇ ਹਿਸਾਬ ਨਾਲ ਕੁਤੁਬਦੀਨ ਐਬਕ ਜਿਹੜਾ ਮੁਹੰਮਦ ਗੌਰੀ ਦਾ ਸਿਪੇ ਸਲਾਰ ਸੀ, ਮੁਹੰਮਦ ਗੌਰੀ ਨੇ ਜਦੋਂ ਦਿੱਲੀ ਫਤਿਹ ਕੀਤਾ, ਇਹ ਏਰੀਆ ਫਤਿਹ ਕੀਤਾ, ਅਤੇ ਆਪਣਾ ਇੱਕ ਸਿਪੇ ਸਲਾਰ ਕੁਤੁਬਦੀਨ ਐਬਕ ਇੱਥੇ ਰਾਜਾ ਬਣਾ ਕੇ ਚਲਾ ਗਿਆ। ਅਤੇ ਭਾਰਤ ਦਾ ਪਹਿਲਾ ਦਿੱਲੀ ਸਲਤਨਤ ਦਾ ਰਾਜਾ ਕੌਣ ਸੀ? ਕੁਤੁਬਦੀਨ ਐਬਕ। ਇਸ ਨੇ ਹੀ ਕੁਤਬ ਮੀਨਾਰ ਦਾ ਨਿਰਮਾਣ ਕਰਵਾਇਆ ਸੀ। ਅਤੇ ਕੁਤਲ ਉਲ ਇਸਲਾਮ ਮੌਸਕ ਵੀ, ਮਸਜਿਦ ਵੀ ਉੱਥੇ ਹੀ ਇਸ ਨੇ ਬਣਵਾਈ। ਇਹਦਾ ਮਤਲਬ ਸ਼ੁਰੂਆਤੀ ਦੌਰ ਵਿੱਚ ਕੀ ਬਣਿਆ? ਦਿੱਲੀ ਸਲਤਨਤ ਦੇ ਕੁਤਬ ਮੀਨਾਰ, ਕੁਤਲ ਉਲ ਇਸਲਾਮ ਮੌਸਕ ਵਗੈਰਾ ਸ਼ੁਰੂ 'ਚ ਬਣ ਗਈ ਸੀ। ਅਤੇ ਇਹ ਕਿਸ ਤਰ੍ਹਾਂ ਡੈਥ ਹੋਈ ਸੀ ਇਹਦੀ? ਆਹ ਹੈ ਜੀ। ਹੀ ਡਾਈਡ ਆਫਟਰ ਏ ਫਾਲ ਫਰੋਮ ਹਿਜ਼ ਹਾਰਸ ਵਾਈਲ ਪਲੇਇੰਗ ਚੌਗਾਨ। ਚੌਗਾਨ ਹੁੰਦਾ ਜੀ ਹਾਰਸ ਪੋਲੋ, ਘੋੜੇ ਉੱਤੇ ਬਹਿ ਕੇ ਪੋਲੋ ਖੇਲਣੀ, ਜਾਂ ਸਿੰਪਲ ਕਹਿ ਦਈਏ ਘੋੜੇ ਉੱਤੇ ਬਹਿ ਕੇ ਹਾਕੀ ਟਾਈਪ ਗੇਮ ਖੇਲਣੀ। ਪੋਲੋ ਖੇਲਣੀ, ਘੋੜੇ ਉੱਤੇ ਬਹਿ ਕੇ, ਹੱਥ ਵਿੱਚ ਇੱਕ ਹਾਥੀ ਟਾਈਪ ਕੁਛ ਫੜਿਆ ਹੁੰਦਾ ਸੀ ਜੀ, ਅਤੇ ਉਹਨਾਂ ਗੇਂਦ ਨੂੰ ਰੋਟੇਟ ਕੀਤਾ ਜਾਂਦਾ ਸੀ। ਇਹ ਖੇਲਦੇ ਨਾ ਘੋੜੇ ਤੋਂ ਡਿੱਗ ਪਿਆ ਸੀ, ਤਾਂ ਇਹਦੀ ਕਾਠੀ ਦਾ ਨਾ ਇੱਕ ਪਾਸਾ ਜਿਹੜਾ ਨੁਕੀਲਾ ਜਿਹਾ ਸੀ, ਉਹ ਇਹਦੇ ਖੁੱਭ ਗਿਆ ਅਤੇ ਉੱਥੇ ਹੀ ਇਹਦੀ ਡੈਥ ਹੋ ਗਈ ਸੀ। ਹੀ ਡਾਈਡ ਆਫਟਰ ਏ ਫਾਲ ਫਰੋਮ ਹਿਜ਼ ਹਾਰਸ ਵਾਈਲ ਪਲੇਇੰਗ ਚੌਗਾਨ। ਇਹ ਪ੍ਰਸ਼ਨ ਆਸਾਨ ਸੀ, ਤਾਂ ਸਮਿਟਰੀ ਦੇਖੋ ਜੀ। ਆਸਾਨ ਪ੍ਰਸ਼ਨ ਦਾ ਆਨਸਰ ਕਿੱਥੇ ਆ? ਅਖੀਰ ਵਿੱਚ। ਅੱਗੇ ਦੇਖਦੇ ਹਾਂ। Which one of the following sequences indicates the correct chronological order? Chronological ਸਮੇਂ ਦੇ ਹਿਸਾਬ ਨਾਲ ਪਹਿਲਾਂ ਕੌਣ ਆਇਆ, ਫਿਰ ਕੌਣ ਆਇਆ, ਫਿਰ ਕੌਣ ਆਇਆ, ਉਹ ਦੇਖਣਾ ਜੀ ਅਸੀਂ। ਸ਼ੰਕਰਾਚਾਰਿਆ ਇਹ ਭਗਤੀ ਕਾਲ ਦੇ ਸੰਤ ਹੋਏ ਜੀ। ਸ਼ੰਕਰਾਚਾਰਿਆ, ਰਾਮਾਨੁਜਾ, ਚੈਤਨਿਆ। ਇਹ ਸਾਨੂੰ ਪਤਾ ਕਿ ਸ਼ੰਕਰਾਚਾਰਿਆ, ਜਦੋਂ ਵੀ ਤੁਸੀਂ ਭਗਤੀ ਕਾਲ ਦੀ ਹਿਸਟਰੀ ਪੜ੍ਹੋਗੇ ਨਾ, ਇਹ ਪਾਓਗੇ ਕਿ ਸਾਊਥ ਵਿੱਚ ਸ਼ੰਕਰਾਚਾਰਿਆ ਦੇ ਨੇਤਰਤਵ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਗਤੀ ਕਾਲ ਦਾ ਉਦੈ ਹੋਇਆ। ਇਹ ਪਹਿਲਾ ਸੰਤ ਹੋਏ ਆ ਭਗਤੀ ਕਾਲ ਦੇ। ਫਿਰ ਨੰਬਰ ਆਉਂਦਾ ਜੀ ਰਾਮਾਨੁਜ ਦਾ। ਇਹ ਦੋ ਫੇਮਸ ਸੀਗੇ, ਪਹਿਲਾਂ ਸ਼ੰਕਰਾਚਾਰਿਆ, ਫਿਰ ਰਾਮਾਨੁਜ। ਇਹ ਤਾਂ ਗੱਲ ਠੀਕ ਆ। ਚੈਤਨਿਆ ਮਹਾਂਪ੍ਰਭੂ ਕਿੱਧਰ ਦੇ? ਬੰਗਾਲ ਸਾਈਡ ਦੇ ਚੈਤਨਿਆ ਮਹਾਂਪ੍ਰਭੂ। ਇਹਨਾਂ ਦਾ ਟਾਈਮ ਪੀਰੀਅਡ ਹੁਣ ਸਾਨੂੰ ਨਹੀਂ ਪਤਾ, ਇੱਥੇ ਅਸੀਂ ਕਨਫਿਊਜ਼ ਹੋ ਸਕਦੇ ਹਾਂ। ਪਰ ਇੰਨਾ ਸਾਨੂੰ ਪਤਾ ਕਿ ਆਹ ਦੋ ਮੋਢੀ ਆ, ਆਹ ਪਹਿਲਾਂ ਦੇ ਆ, ਬਾਅਦ ਵਾਲੇ ਬਾਕੀ ਉਹਨਾਂ ਤੋਂ ਬਾਅਦ ਵਿੱਚ ਆਏ। ਤਾਂ ਸ਼ੰਕਰਾਚਾਰਿਆ ਪਹਿਲਾਂ ਸੀ, ਰਾਮਾਨੁਜਾਚਾਰਿਆ ਬਾਅਦ ਵਿੱਚ। ਇਹਦਾ ਆਨਸਰ ਹੈ ਜੀ ਏ ਹੀ।
ए पहला शंकराचार्य, फिर रामानुजा, फिर चैतन्य। पढ़ लैंदे आ। शंकराचार्य 9वीं शताब्दी विच, रामानुज 11वीं 12वीं शताब्दी, चैतन्य महाप्रभु 15वीं 16वीं शताब्दी। आगे देखो, कंसिडर द फॉलोइंग स्टेटमेंट्स। कुछ स्टेटमेंट्स दित्तियां गईयां जी। नरसिम्हा सालुबा एंटर द संगमा डायनेस्टी एंड सीज द थ्रोन ऑफ फॉर हिमसेल्फ एंड स्टार्टर द सालुबा डायनेस्टी। सालुबा डायनेस्टी स्टार्ट की, पता नहीं जी सानू। वीर नरसिम्हा डिपोज द लास्ट सलुबा रूलर एंड सीज द थ्रोन फॉर हिमसेल्फ। पता नहीं जी भी इन सलुबा रूलर नूं हरा के फिर अपना गद्दी प्राप्त की। वीरा नरसिम्हा वाज सक्सीडेड बाय हिज यंगर ब्रदर कृष्णदेव राया। पता नहीं। कृष्णदेव राया वाज सक्सीडेड बाय हिज हाफ ब्रदर अछूत राया। ये सारे ने ज़्यादा फैक्चुअल हो गए तो इन्ना डाटा मैनूं याद रखना औखा सीगा। मैं हुण तो स्किप करके आना। पर यह गल पाई गई है जी, जो ये इस तरह के प्रश्न नहीं आते ना तो कई बच्चों ने ना सीधा लिखता सारे के सारे सही है जी। ठीक है, इस तरह ही होएगी तो आंसर भी डी है। पर मैं सुजैसट करांगा कि तुसीं स्किप करना है प्रश्न इस तरह के। ये सारे पॉइंट सही है जी। हु वाज द लास्ट रूलर ऑफ द तुगलक डायनेस्टी ऑफ दिल्ली सल्तनत। दिल्ली सल्तनत विच तुगलक राजियां विचों आखिरी तुगलक राजा किहड़ा सी? फिरोज शाह तुगलक। ये काफ़ी फेमस होया पर आखिरी नहीं। देखो ना, जो काफ़ी फेमस होया तो यह मतलब कि इस तो बाद कोई होर राजे भी आए होंगे जिहड़े कि वीक होगे, है ना। इसलिए फिरोज शाह तुगलक नहीं बनता, तुक्का मारिए तो। गयासुद्दीन तुगलक नहीं, गयासुद्दीन तो पहला राजा विचों सी। ये तो फाउंडर सी तुगलक डायनेस्टी का, ये भी नहीं। नासरुद्दीन महमूद या नसरत शाह। हुण ये दो नां असीं घट ही पढ़े होने आ, दोवां च कुंडी फस गई। मैं हुंदा तो दोवां विचों पहले वाला सी चक के आ जाना सी ते आंसर भी सी है जी, नासरुद्दीन महमूद। गयासुद्दीन तुगलक फाउंडर तुगलक डायनेस्टी। नी कितने रखी सी गयासुद्दीन तुगलक ने। ठीक है जी। ते नसीरुद्दीन महमूद वाज द लास्ट रूलर ऑफ तुगलक डायनेस्टी। आखिरी राजा कौन सी? नसीरुद्दीन महमूद। देखो तुहानूं इन्ना तां पता होना कि गयासुद्दीन तुगलक नी रखी है। फिरोज शाह तुगलक बड़ा फेमस सीगा, ਉਹਦੇ राजकाल दौरान एंड नहीं होया, किसी होर के दौरान एंड होया। होरां विच दोवां च कुंडी फस गई तो मैं अपने फार्मूले के हिसाब नाल पहले वाला टिक करके आ जाना सीगा जे करना पिया, क्योंकि 50-50% चांस आ, तुक्का लाया जा सकता सी। हाउ डिड द डायनेस्टी ऑफ निजाम शाहीस ऑफ अहमदनगर कम टू एन एंड। अहमदनगर साउथ विच अहमदनगर दा उत्थे निजाम शाहियां दा राज सी, वो किस तरह खत्म होए। इन्हां नूं जी मुगलों ने अपने अंदर मिला लिया सी। अहमदनगर वाज अनैक्सड इनटू मुगल अंपायर एंड हुसैन शाह वाज गिवन लाइफ इंप्रिजनमेंट। ये है जी मुगलों ने अपने अंदर मिला लिया सी। ओके, यही है जी आंसर। कंसिडर द फॉलोइंग स्टेटमेंट्स अबाउट सिख गुरु। सिख गुरुआं के बारे गल हो रही है जी। पढ़ते हैं जी। आप देखना कि इन्हां जो किहड़ी स्टेटमेंट करैक्ट आ। बंदा बहादुर वाज अपॉइंटेड एज मिलिटरी लीडर ऑफ द सिक्स बाय गुरु तेग बहादुर। नहीं जी, बंदा बहादुर नूं किन अपॉइंट किया सी जी? दशम पातशाही गुरु गोबिंद सिंह जी ने। ये स्टेटमेंट गलत हो गई। पहली स्टेटमेंट चक दो, पहली स्टेटमेंट गलत हो गई। ठीक है जी। तो आंसर आ जाना जी, वैसे भी दूजा तीजा रह गया, तुसीं टिक कर देना। पर टैक्नीकली ये प्रश्न थोड़ा ना सही नहीं है, वो देखते हैं। आ देखो, गुरु अर्जन देव बिकेम द सिख गुरु आफ्टर गुरु रामदास। गुरु रामदास जी चौथे गुरु सी, गुरु अर्जन देव जी पंजवें गुरु बने। दूजा तो स्टेटमेंट सही है, दूजी स्टेटमेंट सही है। गुरु अर्जन देव गेव टू सिक्स देयर ओन स्क्रिप्ट गुरुमुखी। गुरुमुखी दित्ती। देखो जी, गुरुमुखी दित्ती गई सी सानू दूजे पातशाही गुरु अंगद देव जी द्वारा, उन्होंने सोध के सानू दिता गया। पर आंसर विच तां वो है नहीं, इसलिए तुसीं दूजा तीजा दोनों टिक कर देने आ। इसदा कारण ये आ कि गुरु अंगद देव जी ने गुरुमुखी नूं प्रचारिया, उन्होंने सोधिया, उन्होंने सही तरतीब दित्ती। ते गुरु अर्जन देव जी ने गुरु ग्रंथ साहब जी का संकल्प इसे गुरुमुखी विच करवाया। तो एक हिसाब नाल उन्होंने सिखां नूं गुरुमुखी आपां कह सकते हैं, गुरुमुखी लिपि सानू दित्ती। पर फिर भी आंसर टैक्नीकली गुरु अंगद देव असीं हमेशा पढ़िया आ, पर ऑप्शन विच ओनली 2 है नहीं गा, इसलिए 2 and 3 ला के आना तुसीं। 68 पढ़ते हैं जी। द इनिशियल डिजाइन एंड कंस्ट्रक्शन ऑफ विच मैसिव टैंपल। एक बड़े
ਮੰਦਰ ਦੀ ਗੱਲ ਹੋ ਰਹੀ ਆ। ਉਹ ਕਹਿੰਦੇ ਕਿ ਇਹਦਾ ਡਿਜ਼ਾਈਨ ਤੇ ਇਹਨੂੰ ਬਣਾਇਆ ਕਿਹਨੇ ਸੀ ਜੀ। ਟੁੱਕ ਪਲੇਸ ਡਿਊਰਿੰਗ ਦਾ ਰੀਨ ਆਫ ਸੂਰਿਆਵਰਮਨ II। ਸੂਰਿਆਵਰਮਨ II ਨੇ ਬਣਾਇਆ ਸੀ। ਦੱਸੋ ਉਹ ਕਿਹੜਾ ਮੰਦਰ ਸੀ। ਹੁਣ ਅਸੀਂ ਪੜ੍ਹਿਆ, ਆਹ ਦੇਖੋ ਇੰਡੀਆ ਜੀ, ਆਹ ਹੈਗਾ ਸਾਊਥ ਈਸਟ ਏਸ਼ੀਆ। ਸਾਊਥ ਈਸਟ ਏਸ਼ੀਆ ਵਿੱਚ ਸਾਡਾ ਕਾਫੀ ਕਲਚਰਲ ਇਨਫਲੂਐਂਸ ਸੀਗਾ। ਇੱਥੇ ਇੱਕ ਦੇਸ਼ ਆ ਕੰਬੋਡੀਆ। ਕੰਬੋਡੀਆ ਵਿੱਚ ਇੱਕ ਮੰਦਿਰ ਬਣਿਆ ਜੀ, ਅੰਗਕੋਰ ਵਟ ਟੈਂਪਲ। ਹੁਣ ਉਹ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਮੰਦਿਰ ਆ ਜੀ। ਵਿਸ਼ਨੂੰ ਭਗਵਾਨ, ਇੰਡੀਅਨ ਕਲਚਰ। ਇੱਥੇ ਸਾਡੇ ਸਾਊਥ ਵਿੱਚ ਪੱਲਵ ਰਾਜੇ ਹੋਏ ਆ, ਪੱਲਵ। ਤੇ ਪੱਲਵਾਂ ਦਾ ਨਾਮ ਵੀ ਇਸ ਤਰ੍ਹਾਂ ਦੇ ਹੁੰਦੇ ਸੀ, ਨਰਸਿੰਘ ਵਰਮਨ, ਮਹੇਂਦਰ ਵਰਮਨ। ਤੇ ਇੱਥੇ ਕੰਬੋਡੀਆ ਦੇ ਰਾਜਿਆਂ ਦੇ ਨਾਮ ਵੀ ਵਰਮਨ ਹੁੰਦੇ ਸੀ। ਸਾਡੀ ਕੀ ਆ, ਕਾਮਨੈਲਿਟੀ। ਅੱਛਾ, ਇਹ ਗੱਲ ਹੋ ਗਈ। ਤੇ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਆ। ਤੇ ਇੱਥੋਂ ਦਾ ਰਾਜਾ ਸੀ ਸੂਰਿਆਵਰਮਨ II। ਤੇ ਅੰਗਕੋਰ ਵਟ ਟੈਂਪਲ ਅਸੀਂ ਪੜ੍ਹਿਆ ਕਿ ਬਹੁਤ ਫੇਮਸ ਟੈਂਪਲ ਆ। ਤੇ ਜਦੋਂ ਤੁਸੀਂ ਪੜ੍ਹੋਗੇ ਤਾਂ ਉੱਥੇ ਇਹ ਵੀ ਆਉਣਾ ਕਿ ਇਹ ਕਿਹਨੇ ਬਣਾਇਆ ਸੀ। ਤੁਸੀਂ ਉਹ ਵੀ ਚੱਕ ਲੈਣਾ ਜੀ, ਇਹ ਬਣਾਇਆ ਸੀ ਸੂਰਿਆਵਰਮਨ II ਨੇ। ਤੇ ਬਾਕੀ ਕਿਉਂਕਿ ਇਹ ਇੰਪੋਰਟੈਂਟ ਟੈਂਪਲ ਸੀਗਾ, ਇਸ ਕਰਕੇ ਕਹਿੰਦੇ ਬਣਾਇਆ ਸੂਰਿਆਵਰਮਨ II ਨੇ ਕੰਬੋਡੀਆ ਵਿੱਚ। ਅੰਗਕੋਰ ਏਰੀਆ ਦਾ ਨਾਮ ਹੈ ਜੀ, ਸ਼ਹਿਰ ਦਾ। ਵਟ ਹੋ ਗਿਆ ਜੀ ਮੰਦਰ। आगे देखते हैं जी। 69 ਵੈਨ ਰਾਜਾ ਵੋਡੀਆਰ ਫਾਊਂਡਰ ਦਾ ਕਿੰਗਡਮ ਆਫ ਮੈਸੂਰ। ਸਾਨੂੰ ਪਤਾ ਕਿ ਮੈਸੂਰ ਕਿੰਗਡਮ ਦੀ ਫਾਊਂਡੇਸ਼ਨ ਕਿਹਨੇ ਕੀਤੀ ਸੀ, ਵੋਡੀਆਰ ਡਾਇਨੈਸਟੀ ਨੇ, ਰਾਜਾ ਵੋਡੀਆਰ। ਜਦੋਂ ਕਹਿੰਦੇ ਉਹਨੇ ਮੈਸੂਰ ਦਾ ਸਾਮਰਾਜ ਸਥਾਪਿਤ ਕੀਤਾ। ਹੂ ਵਾਜ਼ ਦਾ ਰੂਲਰ ਆਫ ਦਾ ਵਿਜੇਨਗਰ ਅੰਪਾਇਰ। ਵਿਜੇਨਗਰ ਅੰਪਾਇਰ ਦਾ ਸਾਮਰਾਜ ਦਾ ਰਾਜਾ ਕੌਣ ਸੀ, ਰੂਲਰ ਕੌਣ ਸੀ। ਇਹ ਜੀ ਵੈਂਕਟ II ਆਉਂਦਾ ਆ, ਠੀਕ ਆ, ਨਹੀਂ ਤਾਂ ਸਕਿਪ ਕਰਕੇ ਆਉਣਾ। ਇਹ ਫੈਕਚੁਅਲ ਪ੍ਰਸ਼ਨ ਆ, ਜ਼ਿਆਦਾ ਇਹਦੇ ਪਿੱਛੇ ਨਹੀਂ ਭੱਜਣਾ। ਅਗਲਾ ਪ੍ਰਸ਼ਨ ਦੇਖੋ ਜੀ। ਇਨ ਦਾ ਈਅਰ 1613 ਦੀ ਗੱਲ ਹੋ ਰਹੀ ਹੈ। ਵੇਅਰ ਵਾਜ਼ ਦਾ ਇੰਗਲਿਸ਼ ਈਸਟ ਇੰਡੀਆ ਕੰਪਨੀ ਗਿਵਨ ਪਰਮਿਸ਼ਨ ਟੂ ਸੈਟ ਅਪ ਏ ਫੈਕਟਰੀ ਮਤਲਬ ਟ੍ਰੇਡਿੰਗ ਪੋਸਟ ਨੂੰ ਉਸ ਵੇਲੇ ਫੈਕਟਰੀ ਕਹਿੰਦੇ ਸੀ ਉਹਨਾਂ ਦਿਨਾਂ ਵਿੱਚ, ਵੀ ਜਿੱਥੋਂ ਸਮਾਨ ਆਉਂਦਾ ਜਾਂਦਾ ਸੀ, ਵਪਾਰ ਦਾ ਸਮਾਨ ਆਉਂਦਾ ਜਾਂਦਾ ਸੀ। ਇਹ ਪ੍ਰਸ਼ਨ ਇੰਪੋਰਟੈਂਟ ਆ। ਦੇਖੋ ਜੀ ਕਿ ਅੰਗਰੇਜ਼ ਜਾਂ ਪੁਰਤਗੀਜ਼ ਜਦੋਂ ਭਾਰਤ ਆਏ, ਉਸ ਵੇਲੇ ਭਾਰਤ ਦਾ ਰਾਜਾ ਕੌਣ ਸੀ, ਜਹਾਂਗੀਰ। ਤੇ ਆਪਾਂ ਪੜ੍ਹਿਆ ਕਿ ਪਹਿਲਾਂ ਵਿਲੀਅਮ ਸੌਕਿਨਸ ਆਇਆ, ਹੈ ਨਾ, ਫਿਰ ਥੋਮਸ ਰੋ ਆਇਆ। ਤੇ ਵਿਲੀਅਮ ਸੌਕਿਨਸ ਨੂੰ ਨਹੀਂ ਦਿੱਤੀ ਪਰਮਿਸ਼ਨ ਜਹਾਂਗੀਰ ਨੇ, ਫਿਰ ਥੋਮਸ ਰੋ ਨੂੰ ਪਰਮਿਸ਼ਨ ਦੇ ਦਿੱਤੀ ਸੀ ਵੀ ਫੈਕਟਰੀ ਸੈਟਅਪ ਕਰ ਲਾ। ਤੇ ਫੈਕਟਰੀ ਸੈੱਟ ਕੀਤੀ ਸੀ ਸੂਰਤ ਵਿੱਚ। ਇੰਪੋਰਟੈਂਟ ਪੁਆਇੰਟ ਆ ਸੂਰਤ। ਤੁਹਾਨੂੰ ਪਤਾ ਗੁਜਰਾਤ ਆ, ਉਹਦਾ ਇੱਕ ਪੋਰਟ ਟਾਊਨ ਆ ਜੀ ਸੂਰਤ, ਬੰਦਰਗਾਹ ਸੂਰਤ। ਤਾਂ ਪਹਿਲੀ ਫੈਕਟਰੀ ਕਿੱਥੇ ਸੈੱਟ ਕੀਤੀ, ਸੂਰਤ। ਪੜ੍ਹ ਲੈਂਦੇ ਥੋੜ੍ਹਾ ਜਿਹਾ। ਸੋ ਓਕੇ, ਤਾਂ ਕੌਣ ਆਇਆ ਸੀ ਜੀ, ਥੋਮਸ ਰੋ। ਇਹਨੂੰ ਤੁਸੀਂ ਦੇਖ ਲੈਣਾ, ਲਿਖ ਲੈਣਾ, ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।